ਇਹ ਸ਼ਬਦ ਜਿਹੜਾ ਹੈ ਇਹ ਹੈ ਅੰਮ੍ਰਿਤ। ਅੰਮ੍ਰਿਤ ਦਾ ਮਤਲਬ ਹੁੰਦਾ ਹੈ ਮੌਤ ਤੋਂ ਪਰੇ। ਮ੍ਰਿਤ ਮੈਨੇ ਮੌਤ ਵੀ ਹੁੰਦਾ ਹੈ ਤੇ ਮ੍ਰਿਤ ਮੈਨੇ ਮਿੱਟੀ ਵੀ ਹੁੰਦਾ ਹੈ। ਤੇ ਸਤਿਗੁਰੂ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਕਿਰਪਾਲਤਾ ਕਰ ਰਹੇ ਨੇ। ਮਹਾਰਾਜ ਕਹਿੰਦੇ ਨੇ ਇਹ ਜਿਹੜੀ ਸੁਖਮਨੀ ਹੈ ਇਹ ਰਹਾਉ ਦੀ ਪੰਕਤੀ ਹੈ। ਸਾਰੀ ਬਾਣੀ ਵਿੱਚ ਇੱਕ ਹੀ ਰਹਾਉ ਹੈ। ਰਹਾਉ ਦਾ ਮਤਲਬ ਹੁੰਦਾ ਠਹਿਰਨਾ, ਅਟਕਣਾ। ਸਤਿਗੁਰੂ ਕਹਿੰਦੇ ਨੇ ਆਪਣੀ ਮਨ ਬੁੱਧੀ ਨੂੰ ਇਸ ਪੰਕਤੀ ਤੇ ਖੜਾ ਕਰਕੇ ਵਿਚਾਰ ਕਰ ਕਿ ਗੁਰੂ ਸਾਹਿਬ ਇਸ ਬਾਣੀ ਵਿੱਚ ਕੀ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਕਹਿੰਦੇ ਨੇ ਇਹਦਾ ਨਾਮ ਸੁਖਮਣੀ ਇਸ ਕਰਕੇ ਹੈ, ਬਾਕੀ ਦੀਆਂ ਗੱਜਮਣੀ, ਪਾਰਸਮਣੀ, ਚਿੰਤਾਮਣੀ, ਉਹਨਾਂ ਮਣੀਆਂ ਨਾਲੋਂ ਇਸ ਮਣੀ ਦੀ ਵਿਸ਼ੇਸ਼ਤਾ ਕੀ ਹੈ, ਵਿਲੱਖਣਤਾ ਕੀ ਹੈ? ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਆਖਿਆ ਦੂਸਰੀਆਂ ਮਣੀਆਂ ਨਾਲੋਂ ਇਸ ਮਣੀ ਦੀ ਵਿਸ਼ੇਸ਼ਤਾ ਇਹ ਵੇ ਕਿ ਇਹਦੇ ਵਿੱਚ ਸੁਖ ਵੀ ਨੇ ਤੇ ਜਨਮ ਮਰਨ ਵੀ ਦੂਰ ਕਰੇਗੀ। ਅੰਮ੍ਰਿਤ ਹੈ, ਮੌਤ ਤੋਂ ਪਰੇ ਲੈ ਜਾਏਗੀ। ਬਾਕੀ ਦੀਆਂ ਮਣੀਆਂ ਜੇਕਰ ਕਿਸੇ ਨੂੰ ਮਿਲ ਜਾਣ ਤਾਂ ਹੋ ਸਕਦਾ ਸਰੀਰਕ ਸੁਖ ਮਿਲ ਜਾਣ, ਪਰ ਜਿਉਂ-ਜਿਉਂ ਸਰੀਰਕ ਸੁਖ ਮਿਲਣਗੇ ਤਿਉਂ-ਤਿਉਂ ਭੈ ਜ਼ਿਆਦਾ ਵਧੇਗਾ, ਉਹਦਾ ਕੋਈ ਖੋਹ ਨਾ ਲਵੇ। ਪਰ ਗੁਰਦੇਵ ਸਤਿਗੁਰੂ ਕਹਿ ਰਹੇ ਨੇ, ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ, ਸੁਖਮਨੀ ਦਾ ਪਾਰਸਮਨੀ ਨਾਲੋਂ, ਗੱਜਮਨੀ ਨਾਲੋਂ, ਸਰਪਮਨੀ ਨਾਲੋਂ, ਚਿੰਤਾਮਣੀ ਨਾਲੋਂ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹਦੇ ਵਿੱਚੋਂ ਸੁਖ ਵੀ ਮਿਲਣਗੇ ਤੇ ਜਨਮ ਮਰਨ ਵੀ ਖਤਮ ਹੋ ਜਾਏਗਾ, ਮੋਕਸ਼ ਵੀ ਮਿਲ ਜਾਏਗੀ, ਕਿਉਂਕਿ ਇਸ ਸੁਖਮਨੀ ਅੰਦਰ ਪ੍ਰਭੂ ਦਾ ਨਾਮ ਹੈ। ਸੁਖਮਨੀ ਸਾਰੀ ਪਰਮੇਸ਼ਰ ਦੀ ਵਡਿਆਈ ਨਾਲ ਭਰੀ ਹੋਈ ਹੈ। ਉਸ ਦੀ ਸਿਫਤੋ ਸਲਾਹ ਨਾਲ ਭਰੀ ਹੋਈ ਹੈ। ਤਾਂ ਗੁਰੂ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਨੇ ਸੁਖਮਨੀ ਜੀਵ ਨੂੰ ਸੁਖ ਵੀ ਦਿੰਦੀ ਏ ਤੇ ਜਨਮ ਮਰਨ ਵੀ ਕੱਟਦੀ ਹੈ। ਤੇ ਨਾਲ ਹੀ ਮਹਾਰਾਜ ਐਡਰੈਸ ਦੱਸ ਰਹੇ ਨੇ ਵੀ ਇਹ ਸੁਖਮਨੀ ਮਿਲਦੀ ਕਿੱਥੋਂ ਹੈ। ਕਿਸੇ ਵਸਤੂ ਦੇ ਗੁਣ ਪਤਾ ਲੱਗ ਜਾਣ ਤਾਂ ਫਿਰ ਮਨ ਅੰਦਰ ਖਰੀਦਣ ਦੀ ਚਾਹ ਹੁੰਦੀ ਹੈ। ਤਾਂ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ ਵੀ ਸੁਖਮਨੀ ਅੰਦਰ ਇੰਨੇ ਗੁਣ ਨੇ, ਜਨਮ ਮਰਨ ਵੀ ਕੱਟਦੀ ਏ, ਸੁਖ ਵੀ ਦਿੰਦੀ ਏ। ਪਰ ਸੱਚੇ ਪਾਤਸ਼ਾਹ ਜੇ ਪਤਾ ਨਾ ਹੋਵੇ ਮਿਲਦੀ ਕਿੱਥੋਂ ਹੈ ਤੇ ਫਿਰ ਕੀ ਕਰੀਏ? ਤਾਂ ਗੁਰੂ ਸਾਹਿਬ ਇਸ ਪੰਕਤੀ ਅੰਦਰ ਐਡਰੈਸ ਦੱਸ ਰਹੇ ਨੇ, ਭਗਤ ਜਨਾਂ ਕੈ ਮਨ ਬਿਸਰਾਮ। ਮਹਾਰਾਜ ਕਹਿੰਦੇ ਨੇ ਭਗਤਾਂ ਦੇ ਮਨ ਵਿੱਚ ਵਿਸ਼ਰਾਮ ਕਰਦੀ ਏ, ਭਾਵ ਸਤਸੰਗਤ ਵਿੱਚੋਂ ਮਿਲਦੀ ਏ। ਭਗਤ ਬਹੁਵਚਨ ਹੈ ਕਿਉਂਕਿ ਭਗਤ ਦੇ ਤੱਤੇ ਨੂੰ ਔਂਕੜ ਨਹੀਂ, ਤਾਂ ਹੀ ਸਤਿਗੁਰੂ ਨੇ ਜਨਾਂ ਲਿਖਿਆ ਹੈ। ਸਤ ਸੰਗਤ ਵਿੱਚੋਂ ਮਿਲੇਗੀ ਸੁਖਮਨੀ। ਤੇ ਜੇ ਬੰਦਾ ਸਤ ਸੰਗਤ ਵਿੱਚ ਆਵੇ ਹੀ ਨਾ ਤੇ ਕਵੇ ਮੈਨੂੰ ਸੁਖ ਵੀ ਮਿਲ ਜਾਣ ਤੇ ਮੈਨੂੰ ਜਨਮ ਮਰਨ ਵੀ ਕੱਟਿਆ ਜਾਏ, ਕਿਸ ਤਰ੍ਹਾਂ ਕੱਟਿਆ ਜਾਏਗਾ? ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਤੇ ਇੱਥੋਂ ਤੱਕ ਕਰਦੇ ਬਚਨ ਕਰਦੇ ਨੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਮਹਾਰਾਜ ਕਹਿੰਦੇ ਜਿਹੜੀ ਜ਼ਿੰਦਗੀ ਉਹ ਜੀ ਬੈਠੇ ਨੇ ਉਸ ਨੂੰ ਵੀ ਲਾਹਨਤ ਹੈ ਤੇ ਜਿਹੜੀ ਅੱਗੋਂ ਜੀਣਗੇ ਉਹਨੂੰ ਵੀ ਧਿਕਾਰ ਹੈ। ਇਸ ਵਾਸਤੇ ਗੁਰਦੇਵ ਕਹਿ ਰਹੇ ਨੇ, ਗੁਰੂ ਅਰਜਨ ਪਾਤਸ਼ਾਹ ਜੀ ਮੈਨੂੰ ਅਤੇ ਤੁਹਾਨੂੰ ਸਮਝਾ ਰਹੇ ਨੇ ਵੀ ਸੁਖਮਨੀ ਮਿਲਣ ਦਾ ਐਡਰੈਸ ਕੀ ਹੈ। ਸੁਖਮਨੀ ਕਿਸ ਜਗ੍ਹਾ ਤੋਂ ਮਿਲਦੀ ਹੈ? ਮਨ ਦੇ ਨੰਨੇ ਨੂੰ ਸਿਆਰੀ ਹੋਣ ਕਰਕੇ ਮਨ ਵਿੱਚ, ਭਗਤਾਂ ਦੇ ਮਨ ਵਿੱਚ ਵਿਸ਼ਰਾਮ ਕਰਦੀ ਹੈ, ਰਹਿੰਦੀ ਹੈ, ਟਿਕਦੀ ਹੈ। ਤੇ ਜਿਹੜਾ ਬੰਦਾ ਸਤਸੰਗਤ ਵਿੱਚ ਆਇਆ ਹੀ ਨਹੀਂ ਉਸ ਨੂੰ ਇਹ ਦਾਤ ਮਿਲੇਗੀ ਕਿੱਥੋਂ?
जे प्यासे ने पानी पीता ही नहीं तो फिर प्यास बुझेगी कितों? जे भुखे नूं रोटी मिली नहीं तो फिर भुख किस तरह दूर होगी? तो गुरु साहब बख्शिश कर रहे ने, कृपालता कर रहे ने। महाराज कहते ने ये सुखमणी जिहड़ी है सतसंगत विच विश्राम करदी है, उन्हां दे हिरदे विच टिकी हुंदी है, ते जिहड़ा भी गुरमुखां दी संगत करदा है उस नूं ये दात मिल जांदी है। ਜਿਹੜਾ भी रब दे प्यारियां दी संगत करता है। ते संगत माफ करना शरीर दी केवल नहीं है, ये मैं तुहानू बेनती कर रहा। संगत गुणा दी सांझ नूं कहंदे ने। संगत ते कुसंगत दो शब्द ने। कुसंगत है अवगुणा दी सांझ, संगत है गुणा दी सांझ। जे बसी रोज भी सतगुरु गुरु ग्रंथ साहिब जी की संगत विच आईए, जे सतगुरां दे किणका मात्र भी गुण साडे जीवन विच नहीं उतरे तो हाली संगत नहीं होई। जे गुरु दी मत एक रता मात्र भी हिरदे विच प्रवेश नहीं कीती, बुद्धि विच नहीं गई तो हाली संगत नहीं हुई। संगत कहंदे गुणां नूं ने। मैं अक्सर ये गल क्या करदा ते अज भी कह देवां, तवे नूं गैस दी संगत होई है ते गर्म होया है। गैस बढ़ रही सी, तवे दी संगत हो गई, तवा भी गर्म हो गया। जे तवा बलदी गैस ते रख के भी गर्म नहीं होया तो फिर तो नहीं कह सकते तवे नूं सोईए। जे फ्रिज विच रखी हुई कोई चीज, कोई फ्रूट फ्रिज दे गुण नहीं पकड़दी, ठंडी नहीं हुई, तो इसका मतलब है कि उन्होंने फ्रिज की संगत नहीं हुई। जेकर गुरु की संगत होई होवे तो जीवन विच पहले नालों कुछ परिवर्तन होना शुरू होना चाहिए। जे जीवन विच परिवर्तन नहीं शुरू होया तो फिर अपने आप नूं गुरु के चरणों में लिया के अरदास करनी चाहिए, सच्चे पातशाह इन्ने चिर तो आ रहा संगत शुरू नहीं हुई, कृपा कर। गरीबन वाज मैं इन्ने चिर तो तेरे दर ते आ रहा पर मैनू हाली संगत नहीं हुई, इस वास्ते तू बख्शिश कर, तुठ मैनू संगत होवे तेरी। तो संगत है ही गुणा दी सांझ, कुसंगत है अवगुणा दी सांझ। कोई बंदा माड़े आदमियां विच बैठ के जेकर उन्हां दे अवगुणा नूं नहीं धारण करदा तां याद रखना उसनूं उत्थे बैठ के भी कुसंगत नहीं हुई। बाई चांस किसी नूं जाना पै गया किसी समाज विच, किसी सर्कल विच, पर उत्थे उसने वेख्या कि गुरु दी संगत दे विपरीत है सारी गल। उत्थे बैठ भी जेकर उसनूं मन विच वो विचार नहीं आए, बुद्धि विच नहीं आए, अंतःकरण विच नहीं आए, तां इहदा मतलब है उन्हों कुसंगत विच भी कुसंगत नहीं हुई। सतगुरु ने बाणी च बचन आखे ने, हंस उड कोदरे पया लोग विडारन जाए, गहरा लोक ना जानदा हंस ना कोदरा खाए। गुरुदेव कहते हैं हंस एक ऐसा पंछी है जिसका कहते ने खाना केवल ते केवल मोती है। उहदे मुकाबले ते वो जे लिबास वाला एक बगला है पर डडियां मच्छियां खांदा है। तां सतगुरु ने बगले नूं मनमुखी आख्या ते हंस नूं बाणी विच गुरमुखी आख्या। जेकर गुरमुख नूं किसी ऐसी जगह तो विचरना भी पै जाए, लंघना भी पै जाए जिथे विकार ने, तां भी उसकी दृष्टि, उसकी बुद्धि, उसका मन, उसका अंतःकरण विकारां दे संकल्प वाला नहीं बनता गुरु की कृपा नाल। तो महाराज कह रहे ने, तां सतगुरु कह रहे ने कि संगत ते कुसंगत की है, ते आओ पातशाह जी बख्शिश करते ने। फिर जदों तू गुरु की संगत विच आएगा ते गुरु की संगत विच आके प्रभु नूं याद करना शुरू करेगा ते फिर मिलेगा कि हाँ जी बहुत वधिया। सतगुरु जी सिमरन दे नन्ने नूं सिहारीए सिमरन द्वारा। पातशाह कहंदे ने प्रभु दे सिमरन नाल ते सिमरना है की है।
सिमरना दा मतलब हुंदा निरंतर याद, कंटिन्यूअसली, एक रस याद हो जाए। पर ये एक रस शुरू तो किसी दी भी नहीं हुंदी। दुनिया दी सारी जिथे मर्जी चले जाओ, कोई ऐसा बच्चा तुहानू नजर नहीं आएगा जेड़ा पहला रिड़ना ना सीखिया होवे ते 400-500 मीटर दी रेस पहले ला गया होवे। पहला रिड़ना ही सीखिया है। तो हौली हौली जग्यासू जदों गुरु दी संगत विच आउंदा, इसने कई जन्मां तो असीं सिमरिया संसार, पक्का होया अंदर। ਜਿਹੜੀ चीज ਤੁਹਾਨੂੰ घर विच याद है, भावें किते पई होवे, कोई भरा पुछे, पति पुछे, पिता पुछे, मां पुछे, बंदा कहना फलानी जगह पई है। क्यों? उसकी सिमरती अंदर बैठी हुई है। ते जेड़ी नई चीज याद, वो बंदा कहता मैनू याद नहीं, मैं कित्थे रख बैठा हुआ। तो ज्यों ही संसार विच असी आए हैं, परमेश्वर दी याद बुद्धि विचों विसर चुकी है, मन विचों विसर चुकी है। संसार चेते बहुता आउंदा गया, ज्यों ज्यों संसार चेते आउंदा गया त्यों त्यों निरंकार भुलदा गया। क्यों? क्योंकि जमदियां ही मां ने भी सब तो पहला संसार ही चेते कराया है। जरा को बच्चा बोलना सीखिया, अखां विच देखण दी शक्ति सूझ आई है, पहचान आई है। अखां ते है सन पर पहचान कोई नहीं सी। जमदा बच्चा ते अपनी मां नूं भी नहीं पहचान सकदा। की कह सकदे ओदी अखां कोई नहीं? अखां ते हैं पर अखां विच वेखण दी शक्ति नहीं, पहचान शक्ति नहीं। वो मां ने कहा, मां नूं पछाणिया है, तेरी मां है। फिर उसने आख्या तेरा चाचा है, तेरा भरा है, तेरा पिता है, ए तेरी दुकान है, ये तेरा मकान है, ये तेरी कार है, मोटर है। किसे विरली मां ने पहचान कराई है बच्चे नूं तेरा गुरु है। रब दी पहचान कोई विरली मां करांदी है, नहीं ते जमदियां सार पहचान केवल संसार दी शुरू हो जाती है। ज्यों ज्यों अखां विच पहचान शक्ति आई ते संसार पहचानिया, कन्नां विच सुनन शक्ति आई, संसार सुनिया। यही है ना सुनन दी शक्ति। जेकर कन्नां विच कन्न है सन बच्चे दे, पर सुनन शक्ति हाली नहीं सी। ते जो जो बच्चा सुनदा है फिर बोलदा भी होई है। 8-7 महीने सुनदा ही रहिंदा है। नवां जम्मिया बच्चा 8-7 महीने सुनदा ही रहिंदा है। जेकर अंग्रेजां दा बच्चा पैदा होया कोई पंजाब लै जाए तो याद रखना पंजाबी सुनेगा, पंजाबी बोलेगा। तो जे पंजाब दा बच्चा कोई इंग्लैंड लै जाए फिर अंग्रेजी सुनेगा तो अंग्रेजी बोलेगा। जो कोई सुनदा है वही बोलता है। ये एक नियम है कुदरत का। पहला जो सुनदा है कुछ महीने, फिर वो जुबान तो बोलता है। इस वास्ते जेड़ा बोलदा है वो सिमरती बन जाती है, हौली हौली पक्का हो जाता है। तुसी ते मैं जदों छोटे छोटे सन ते स्कूल विच पहाड़े बुलाए जाते सन 2 दूनी 4, ते वो बोले हुए अज पक्के हो गए ने, हुण 2 दूनी 4 थोड़ी करने आ। यही गल है, जो बोलता है जुबान तो वो फिर हौली हौली अंदर पक्का हो जाता है। उसनूं कहंदे ने सिमरन। तो जदों गुरु की संगत विच आया तो सतगुरु अर्जन साहब पातशाह कहंदे ने, फिर गुरु ने इसनूं संगत विच चेता कि आया, प्रभ कै सिमरन गर्भ ना बसा है। गर्भ दे पब्बे नूं सियारी है, गर्भ विच जन्म मरण विच। महाराज कहंदे ने प्रभु नूं सिमरन नाल, ते प्रभ किसनूं कहंदे ने? प्रभ दे अर्थ की ने? जिस दी प्रभता एक रस है, कदी बदली नहीं, वडियाई। संसार की प्रभता एक रस नहीं है। तुहाडे सामने बैंकॉक अज तो पहला कोई इस तरह है सी? बदल गया है।
ਜਿਹੜਾ ਬਦਲਦਾ ਨਹੀਂ ਉਸ ਨੂੰ ਪ੍ਰਭੂ ਕਹਿੰਦੇ ਨੇ। ਜਿਸ ਦੀ ਪ੍ਰਭਤਾ ਵਿੱਚ ਕੋਈ ਪਰਿਵਰਤਨ ਨਹੀਂ, ਇੱਕ ਰਸ ਹੈ, ਨਾ ਸਮੇਂ ਨਾਲ ਬਦਲਦਾ ਹੈ, ਨਾ ਮੌਸਮ ਨਾਲ ਬਦਲਦਾ ਹੈ, ਨਾ ਜਗ੍ਹਾ ਨਾਲ ਬਦਲਦਾ ਹੈ, ਉਸ ਨੂੰ ਪ੍ਰਭੂ ਕਹਿੰਦੇ ਨੇ। ਮੌਸਮ ਨਾਲ ਵੀ ਪ੍ਰਭੂ ਨੇ ਬਦਲਿਆ, ਜਗ੍ਹਾ ਨਾਲ ਵੀ ਨਹੀਂ ਬਦਲਦਾ, ਸਾਲ ਨਾਲ ਵੀ ਨਹੀਂ ਬਦਲਦਾ, ਦਿਨ ਨਾਲ ਵੀ ਨਹੀਂ ਬਦਲਦਾ, ਮੌਸਮ ਨਾਲ ਵੀ ਨਹੀਂ ਬਦਲਦਾ, ਉਸ ਨੂੰ ਪ੍ਰਭੂ ਕਹਿੰਦੇ ਨੇ, ਅਬਿਨਾਸ਼ੀ ਕਹਿੰਦੇ ਨੇ। ਜਿਹੜਾ ਇੱਕ ਰਸ ਹੈ ਜਿਹਦੇ ਵਿੱਚ ਚੇਂਜ ਕੋਈ ਨਹੀਂ, ਨਿਰੰਤਰ ਇੱਕ ਰਸ, ਉਸ ਨੂੰ ਪ੍ਰਭੂ ਕਹਿੰਦੇ ਨੇ। ਇਹ ਆਪ ਜੀ ਨੇ ਯਾਦ ਰੱਖਣਾ ਹੈ। ਪ੍ਰਭਤਾ ਬਦਲ ਜਾਏਗੀ ਇਨਸਾਨ ਦੀ, ਕਦੀ ਅਮੀਰ ਹੋ ਗਿਆ, ਕਦੀ ਗਰੀਬ ਹੋ ਗਿਆ, ਕਦੀ ਇੱਜ਼ਤ ਹੋ ਗਈ, ਕਦੀ ਬੇਇੱਜ਼ਤੀ ਹੋ ਗਈ, ਕਦੀ ਖੁਸ਼ ਹੋ ਗਿਆ, ਕਦੀ ਨਾਰਾਜ਼ ਹੋ ਗਿਆ, ਪਰ ਪ੍ਰਭੂ ਨਹੀਂ ਬਦਲਦਾ। ਹਾਂ ਬੇਟਾ, ਗਰਭ ਸਹੀ ਮੈਨੇ ਵਿੱਚ ਲਫ਼ਜ਼ ਹੈ ਜੀ, ਮਾਤਾ, ਹਾਂ ਉਦਰ, ਤੇ ਗੱਲ ਅਸਲ ਚ ਵੇ ਬੇਟੀ, ਕਿਉਂਕਿ ਉਤਪਤੀ ਮਾਤਾ ਦੇ ਉਦਰ ਤੋਂ ਹੈ, ਤਾਂ ਗੁਰੂ ਸਾਹਿਬ ਕਹਿੰਦੇ ਨੇ ਜਨਮ ਮਰਨ ਵਿੱਚ ਉਹ ਆਏਗਾ ਹੀ ਨਹੀਂ। ਯਸ, ਗਰਭ ਦੇ ਬੱਬੇ ਨੂੰ ਸਿਆਰੀ ਹੈ। ਤੇ ਇੱਕ ਹੋਰ ਗੱਲ ਸੁਣ ਲਓ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਗ੍ਰਿਸ਼ਤੀ ਵਾਸਤੇ ਗਰੀਬੀ ਬੜਾ ਦੁੱਖ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਸੇ ਕੋਲ ਔਲਾਦ ਨਹੀਂ, ਬੜਾ ਦੁੱਖ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਔਲਾਦ ਹੈ ਕਿ ਜੇਕਰ ਭੈੜੀ ਹੈ ਤੇ ਬਹੁਤ ਦੁੱਖ ਹੈ। ਆਪਣਾ ਸਰੀਰ ਠੀਕ ਨਹੀਂ ਤੇ ਬੜਾ ਦੁੱਖ ਹੈ। ਪਰ ਮੈਂ ਬੇਨਤੀ ਕਰਦਿਆਂ ਤੁਹਾਨੂੰ ਹੱਥ ਜੋੜ ਕੇ, ਇਹ ਤੇ ਇੱਕ ਸਰੀਰ ਦਾ, ਇੱਕ ਜਨਮ ਦਾ ਦੁੱਖ ਹੈ, ਤੇ ਜੇ ਬਾਰ-ਬਾਰ ਇਹੀ ਕੰਮ ਹੋਣਾ ਹੋਵੇ ਫਿਰ ਕਿੰਨਾ ਦੁੱਖ ਹੈ। ਜੇ ਇੱਕ ਜਨਮ ਦੇ ਹੀ ਇੰਨੇ ਦੁੱਖ ਨੇ, ਤੇ ਜੇ ਬਾਰ-ਬਾਰ ਇਹੀ ਰੈਪੀਟੇਸ਼ਨ ਹੋਵੇ ਫਿਰ, ਤਾਂ ਬਾਬਾ ਕਬੀਰ ਨੇ ਬਾਣੀ ਚ ਆਖਿਆ, ਜਨਮ ਮਰਨ ਕੋ ਦੁੱਖ ਕਰਨਾ, ਸਭ ਤੋਂ ਵੱਡਾ ਦੁੱਖ ਹੈ ਜਨਮਣਾ ਮਰਨਾ, ਸਭ ਤੋਂ ਵੱਡਾ। ਤਾਂ ਬਾਬਾ ਕਬੀਰ ਜੀ ਨੇ ਬਚਨ ਕਹੇ, ਇੱਕ ਦੁੱਖ ਕਾਟੋ ਰਾਮ ਰਾਏ ਮੇਰਾ, ਅਗਨ ਦਹਿ ਅਰ ਗਰਭ ਬਸੇਰਾ, ਕਿ ਵਾਰ ਦੇ ਵਾਰ ਮਾਤਾ ਦੇ ਗਰਭ ਵਿੱਚ ਆਉਣਾ, ਫਿਰ ਮਰਨਾ, ਫਿਰ ਜੰਮਣਾ, ਫਿਰ ਆਉਣਾ, ਫਿਰ ਜੰਮਣਾ, ਫਿਰ ਮਰਨਾ, ਇਸ ਵਾਸਤੇ ਇਹ ਮੇਰਾ ਦੁੱਖ ਕੱਟ ਦੇ ਪਰਮੇਸ਼ਰ। ਤਾਂ ਸਤਿਗੁਰੂ ਸ਼ੁਰੂ ਹੀ ਉੱਥੋਂ ਕਰ ਰਹੇ ਨੇ ਜਿਹੜਾ ਸਭ ਤੋਂ ਵੱਡਾ ਦੁੱਖ ਹੈ। ਮਹਾਰਾਜ ਸ਼ੁਰੂ ਹੀ ਇੱਥੋਂ ਕਰ ਰਹੇ ਨੇ, ਸੁਖਮਨੀ ਸਾਹਿਬ ਜੀ ਦੀ ਬਖਸ਼ਿਸ਼, ਕਿ ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਜਿਸਨੇ ਵੀ ਪ੍ਰਭੂ ਨੂੰ ਸਿਮਰਨਾ ਸ਼ੁਰੂ ਕਰ ਦਿੱਤਾ, ਯਾਦ ਸ਼ੁਰੂ ਕੀਤਾ ਕਰਨਾ, ਮਹਾਰਾਜ ਕਹਿੰਦੇ ਨੇ ਉਸ ਨੂੰ ਜਨਮ ਮਰਨ ਦੇ ਦੁੱਖ ਕੱਟੇ ਜਾਣਗੇ। ਅੱਗੇ ਚਲੋ। ਸਤਿਗੁਰੂ ਕਹਿੰਦੇ ਨੇ ਪ੍ਰਭੂ ਦਾ ਸਿਮਰਨ ਕਰਨ ਨਾਲ ਦੁੱਖ ਵੀ ਭੱਜ ਜਾਂਦੇ ਨੇ ਤੇ ਜਮਦੂਤ ਵੀ ਭੱਜ ਜਾਂਦੇ ਨੇ। ਇੰਨਾ ਡਰ ਹੈ ਪ੍ਰਭੂ ਦੇ ਸਿਮਰਨ ਦਾ ਜਮਦੂਤਾਂ ਨੂੰ, ਦੁੱਖਾਂ ਨੂੰ। ਜਿਸ ਤਰ੍ਹਾਂ ਹਨੇਰੇ ਨੂੰ ਲਾਈਟ ਦਾ ਬੜਾ ਵੱਡਾ ਡਰ ਹੈ। ਹਨੇਰਾ ਸਿਵਾਏ ਚਾਨਣ ਤੋਂ ਹੋਰ ਕਿਸੇ ਕੋਲੋਂ ਨਹੀਂ ਡਰਦਾ, ਭਾਵੇਂ ਤੁਸੀਂ ਜੋ ਮਰਜ਼ੀ ਕਰ ਲਵੋ। ਤੁਸੀਂ ਕਹੋ ਮੈਂ ਹਨੇਰੇ ਨੂੰ ਕਿਸੇ ਨਾਲ ਡਰਾ ਲਾਂ, ਮੈਂ ਪੁਲਿਸ ਸੱਦਾ, ਹਨੇਰਾ ਡਰ ਜਾ, ਨਹੀਂ ਡਰਦਾ। ਕੋਈ ਕਹੇ ਮੈਂ ਰਿਵਾਲਵਰ ਨਾਲ ਹਨੇਰੇ ਨੂੰ ਡਰਾ ਲਾਂ, ਨਹੀਂ ਜੇ ਡਰਦਾ। ਪਰ ਸਵੇਰੇ ਹਾਲੀ ਸੂਰਜ ਨਿਕਲਿਆ ਨਹੀਂ ਹੁੰਦਾ, ਹਨੇਰਾ ਪਹਿਲਾਂ ਹੀ ਚਲਾ ਜਾਂਦਾ ਹੈ। ਸੂਰਜ ਹਾਲੀ ਨਿਕਲ ਦਿਸਦਾ ਨਹੀਂ, ਹਨੇਰਾ ਪਹਿਲਾਂ ਹੀ ਬਿਸਤਰਾ ਬੰਨਣਾ ਸ਼ੁਰੂ ਕਰ ਦਿੰਦਾ ਹੈ। ਸ਼ਾਮ ਨੂੰ ਸੂਰਜ ਨੇ ਹਾਲੀ ਛਿਪ ਗਿਆ ਹੁੰਦਾ, ਹਨੇਰਾ ਫਿਰ ਵੀ ਥੋੜੀ ਦੇਰ ਮਗਰੋਂ ਆਉਂਦਾ ਹੈ। ਇੰਨਾ ਡਰਦਾ ਹੈ ਹਨੇਰਾ ਚਾਨਣ ਕੋਲ। ਸ਼ਾਮ ਨੂੰ ਸੂਰਜ ਛਿਪ ਗਿਆ ਹੁੰਦਾ, ਹਨੇਰਾ ਫਿਰ ਵੀ ਥੋੜੀ ਦੇਰ ਮਗਰੋਂ ਆਉਂਦਾ, ਉਸੇ ਵੇਲੇ ਨਹੀਂ ਆਉਂਦਾ। ਇੰਨਾ ਡਰਦਾ ਹੈ ਹਨੇਰਾ ਚਾਨਣ ਕੋਲੋਂ। ਸਵੇਰੇ ਸੂਰਜ ਨਿਕਲਿਆ ਹੁੰਦਾ ਨਹੀਂ, ਹਾਲੀ ਹਨੇਰਾ ਪਹਿਲਾਂ ਹੀ ਚਲਾ ਜਾਂਦਾ ਵੀ ਕੋਈ ਆ ਰਿਹਾ ਮੈਨੂੰ ਡਰਾਉਣ ਵਾਲਾ। ਤਾਂ ਸਤਿਗੁਰੂ ਕਹਿ ਰਹੇ ਨੇ ਪ੍ਰਭੂ ਦੇ ਸਿਮਰਨ ਨਾਲ ਦੁੱਖ ਤੇ ਜਮਦੂਤ ਨਸ ਜਾਂਦੇ ਨੇ, ਇੰਨਾ ਡਰਦੇ ਨੇ। ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ ਦੁੱਖ ਇੰਨਾ ਡਰਦੇ ਨੇ ਪ੍ਰਭੂ ਦੇ ਸਿਮਰਨ ਤੋਂ
ਤਾਂ ਜੋ ਕੁਝ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਨੇ। ਇਹ ਵੱਖਰੀ ਗੱਲ ਹੈ ਕਿ ਅਸੀਂ ਦੀਵਾ ਨਹੀਂ ਜਗਾਇਆ, ਸਿਮਰਨ ਨਹੀਂ ਕੀਤਾ ਤੇ ਆਖੀ ਦੁੱਖ ਪਹਿਲਾਂ ਹੀ ਚਲੇ ਜਾਣ, ਉਹ ਇੱਕ ਅਲੱਗਾ ਚੀਜ਼ ਹੈ, ਉਹ ਇੱਕ ਅਲੱਗਾ ਚੀਜ਼ ਹੈ। ਜੇਕਰ ਕੋਈ ਬੰਦਾ ਲਾਈਟ ਜਗਾਏ ਹੀ ਨਾ ਤੇ ਕਹੇ ਹਨੇਰਾ ਕਿਉਂ ਨਹੀਂ ਗਿਆ, ਤਾਂ ਉਹਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਲਾਈਟ ਨਹੀਂ ਜਗਾਈ ਹਾਲੇ ਤੱਕ। ਤੇ ਤਾਂ ਸਾਨੂੰ ਆਪਣੇ ਅੰਦਰੋਂ ਪਤਾ ਹੈ ਕਿ ਅਸੀਂ ਤੇ ਹਾਲੇ ਰੱਬ ਦਾ ਸਿਮਰਨ ਤੇ ਅੰਦਰ ਪਿਆ ਸੰਸਾਰ ਦਾ। ਸਿਮਰਨ ਤੇ ਅੰਦਰ ਸੰਸਾਰ ਵੜਿਆ ਹੋਇਆ ਹੈ ਬੇਟੀ, ਤੁਹਾਡਾ ਤਾਂ ਸ਼ਾਇਦ ਨਾ ਹੋਵੇ, ਮੈਂ ਆਪਣੀ ਗੱਲ ਕਰਾਂ। ਸਿਮਰਨ ਤੇ ਹਾਲੀ ਪਿਆ ਸੰਸਾਰ ਦੇ ਕੱਪੜਿਆਂ ਦਾ, ਗਹਿਣਿਆਂ ਦਾ, ਦੁੱਖ ਤੋਂ ਚਲੇ ਜਾਣ। ਸਿਮਰਨ ਤੇ ਹਾਲੀ ਪਲ ਪਲ ਅੰਦਰ ਸੰਸਾਰ ਦਾ ਵੜਿਆ ਹੈ। ਉਹਦੇ ਨਾਲੋਂ ਮੇਰਾ ਕੱਪੜਾ ਚੰਗਾ ਹੋਵੇ, ਉਹਦੇ ਨਾਲੋਂ ਮੇਰਾ ਗਹਿਣਾ ਚੰਗਾ ਹੋਵੇ, ਉਹਦੇ ਨਾਲੋਂ ਆਹ ਚੰਗਾ, ਉਹਦੇ ਨਾਲੋਂ ਉਹ ਚੰਗਾ। ਤਾਂ ਗੁਰੂ ਸਾਹਿਬ ਕਹਿ ਰਹੇ, ਮਹਾਰਾਜ ਕਹਿੰਦੇ ਨੇ ਪ੍ਰਭ ਕੈ ਸਿਮਰਨ ਦੁੱਖ ਜਮ ਨਸੈ। ਮੁਬਾਰਕ ਹੈ ਚੰਗਾ ਪਾਣਾ, ਚੰਗਾ ਗੁਰੂ ਦੇ, ਗੁਰੂ ਦੀ ਮੱਤ ਦਾ ਪਾਣਾ, ਗੁਰੂ ਦੀ ਮੱਤ ਦਾ ਹੰਡਾਣਾ ਮੁਬਾਰਕ ਹੈ ਸਭ ਨੂੰ ਦੇ। ਪਰ ਕਮ ਸੇ ਕਮ ਇਹ ਰੀਸ ਵੀ ਹੋਵੇ ਵੀ ਉਹ 3 ਵਜੇ ਉੱਠਦਾ, ਮੈਂ 2 ਵਜੇ ਉੱਠਾਂ। ਇਹ ਤੇ ਹੈ ਨਹੀਂ। ਉਹ 4 ਵਜੇ ਉੱਠਦੀ ਮੇਰੀ ਗੁਆਂਢਣ ਜਾਂ ਮੇਰੀ ਸਹੇਲੀ, ਮੈਂ 3:30 ਵਜੇ। ਉਹ ਗੁਰੂ ਸਾਹਿਬ ਦੇ 5 ਜਪਜੀ ਸਾਹਿਬ ਦੇ ਪਾਠ ਕਰਦੀ, ਮੈਂ 7 ਕਰਾਂ। ਇਹ ਰੀਸ ਤੇ ਹੈ ਨਹੀਂ। ਮੁਸ਼ਕਲ ਤੇ ਇਹੀ ਆ ਗਈ ਸੰਸਾਰ ਵਿੱਚ ਸਿੱਖ ਵਾਸਤੇ। ਇਹ ਐਕਟਰ ਐਕਟਰਸ ਦੀ ਸੰਸਾਰ ਦੀ ਰੀਸ ਬਹੁਤ ਛੇਤੀ ਕਰਦਾ, ਪਰ ਗੁਰੂ ਦੀ ਰੀਸ ਕਰਦਾ ਹੀ ਨਹੀਂ। ਗੁਰਸਿੱਖ ਦੀ ਰੀਸ ਨਹੀਂ ਕਰਦਾ, ਗੁਰਮੁਖ ਦੀ ਰੀਸ ਨਹੀਂ ਕਰਦਾ। ਐਸਾ ਜੀਵਨ ਬਣ ਚੁੱਕਾ ਹੈ। ਐਸਾ ਜੀਵਨ ਬਣ ਕਰਕੇ ਹੀ ਅਸੀਂ ਲੋਕ ਦੁੱਖਾਂ ਵਿੱਚ। ਕਿਉਂ? ਅਸੀਂ ਸਮਝਦੇ ਹਾਂ ਸ਼ਾਇਦ ਇਹਨਾਂ ਦੀ ਰੀਸ ਕਰਕੇ ਸੁਖੀ ਹੋਵਾਂਗੇ। ਉਹ ਆਪ ਦੁਖੀ ਨੇ। ਜਿਹੜਾ ਆਪ ਦੁਖੀ ਹੈ ਉਹਦੀ ਰੀਸ ਕਰਕੇ ਸੁਖੀ ਕੋਈ ਕਿੱਥੋਂ ਹੋਵੇ? ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ। ਹਾਂਜੀ, ਮਹਾਰਾਜ ਕਹਿੰਦੇ ਨੇ ਪ੍ਰਭੂ ਦਾ ਸਿਮਰਨ ਕਰਨ ਨਾਲ ਕਾਲ ਵੀ ਪਿੱਛਾ ਹਟ ਜਾਂਦਾ ਹੈ। ਆਤਮਕ ਮੌਤ ਨਹੀਂ ਮਰਦਾ ਉਹ ਬੰਦਾ, ਸਰੀਰ ਤੇ ਜਾਏਗਾ। ਸਰੀਰ ਤੇ ਬਾਬਾ ਰਵਿਦਾਸ ਜੀ ਦਾ ਵੀ ਗਿਆ ਹੈ, ਪਰ ਕੀ ਬਾਬਾ ਰਵਿਦਾਸ ਕਹਿੰਦੇ ਉਹਨਾਂ ਦੀ ਜੀਵਨ ਵਿੱਚੋਂ ਤੇ ਸਾਨੂੰ ਵੀ ਅੱਜ ਜ਼ਿੰਦਗੀ ਮਿਲ ਰਹੀ ਹੈ, ਹੁਣ ਦੀ ਬਾਣੀ ਵਿੱਚੋਂ। ਕਿਸੇ ਦੀ ਜ਼ਿੰਦਗੀ ਵਿੱਚੋਂ ਸਾਰੀ ਉਮਰ ਕਿਸੇ ਨੂੰ ਕੱਖ ਨਹੀਂ ਮਿਲਦਾ, ਤੇ ਕਿਸੇ ਦੀ ਕਬਰ ਵਿੱਚੋਂ ਜੀਵਨ ਮਿਲ ਜਾਂਦਾ ਹੈ। ਕਿਸੇ ਦੀ ਮੌਤ ਵਿੱਚੋਂ, ਕਬਰ ਵਿੱਚੋਂ ਜ਼ਿੰਦਗੀ ਮਿਲਦੀ ਹੈ, ਤੇ ਕਿਸੇ ਦੀ ਜ਼ਿੰਦਗੀ ਵਿੱਚੋਂ ਕੱਖ ਨਹੀਂ ਮਿਲਦਾ। ਸਤਿਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਜਿੱਥੇ ਵੀ ਬਲੀਦਾਨ ਹੋਇਆ ਉੱਥੋਂ ਅੱਜ ਵੀ ਜੀਵਨ ਮਿਲ ਰਿਹਾ ਹੈ, ਸ਼ਹਾਦਤ ਹੋਈ ਹੈ। ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਕਿਰਪਾਲਤਾ ਕਰ ਰਹੇ ਨੇ। ਆਪ ਜੀ ਨੂੰ ਪਤਾ ਹੋਣਾ ਚਾਹੀਦਾ, ਬਹਾਦਰ ਸ਼ਾਹ ਜ਼ਫਰ ਤੁਸੀਂ ਪੜ੍ਹਿਆ, ਆਖਰੀ ਸਲਤਨਤ ਦਾ ਬਾਦਸ਼ਾਹ ਹੋਇਆ ਮੁਗਲ ਦਾ। ਉਸਨੇ ਖਾਸ਼ ਜ਼ਾਹਿਰ ਕੀਤੀ ਸੀ ਅੰਗਰੇਜ਼ਾਂ ਨੂੰ ਕਿ ਜਦੋਂ ਉਹਨਾਂ ਨੇ ਕੈਦ ਕਰ ਲਿਆ, ਉਹਨੇ ਆਖਿਆ ਮੇਰੀ ਤੁਸੀਂ ਕਬਰ ਹਿੰਦੁਸਤਾਨ ਚ ਬਣਾ ਦਿਓ। ਉਹਨੇ ਕਿਹਾ ਇਹ ਨਹੀਂ ਹੋ ਸਕਦਾ। ਹੋ ਸਕਦਾ ਤੇਰੀ ਕਬਰ ਤੋਂ ਕੋਈ ਬਗਾਵਤ ਕਰ ਦੇਵੇ, ਕਿਸੇ ਨੂੰ ਜੀਵਨ ਮਿਲ ਜਾਏ। ਕਿਸੇ ਦੀ ਜ਼ਿੰਦਗੀ ਚੋਂ ਕਿਸੇ ਨੂੰ ਕੱਖ ਨਹੀਂ ਮਿਲਦਾ, ਕਿਸੇ ਦੀ ਕਬਰ ਵਿੱਚੋਂ ਵੀ ਕਿਸੇ ਨੂੰ ਜੀਵਨ ਮਿਲ ਸਕਦਾ ਹੈ, ਕਿਸੇ ਦੀ ਮੌਤ ਵੀ ਕਿਸੇ ਨੂੰ ਜੀਵਨ ਦੇ ਸਕਦੀ ਹੈ। ਤਾਂ ਗੁਰੂ ਸਾਹਿਬ ਵਚਨ ਗਹਿਰਾਈ ਵਿੱਚ ਕਹਿ ਰਹੇ ਨੇ, ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਪਰ ਹਰ ਦਾ ਮਤਲਬ ਹੈ ਪਿਛਾਂ ਹਟ ਜਾਣਾ। ਗੁਰਦੇਵ ਕਹਿ ਰਹੇ ਨੇ, ਮਹਾਰਾਜ ਕਹਿੰਦੇ ਨੇ ਪ੍ਰਭੂ ਦਾ ਸਿਮਰਨ ਕਰਨ ਨਾਲ ਮੌਤ ਵੀ ਪਿੱਛੇ ਹਟ ਜਾਂਦੀ ਹੈ। ਉਹ ਮੌਤ ਮਰਦਾ ਨਹੀਂ, ਫਿਰ ਉਹ ਤੇ ਸਦਾ ਜਿੰਦਾ ਹੈ। ਸਾਕਤ ਮਰੈ ਸੰਤ ਸਭ ਜੀਵੈ, ਮੋਏ ਇਹ ਨਾ ਆਖੀਐ ਜੇ ਗੁਰ ਕੈ ਸ਼ਬਦ ਸਮਾਹੇ। ਮਹਾਰਾਜ ਕਹਿੰਦੇ ਉਹ ਮੋਏ ਥੋੜੀ ਕਹੇ ਜਾਣਗੇ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਜੀਵਨ ਨੂੰ ਸਮਝ ਲਿਆ। ਹਾਂਜੀ ਚਲੋ,
सतगुरु कहते ने परमेश्वर दा सिमरन करन नाल विकार रूपी दुश्मन टल जांदे ने। सरीरक अते मानसिक दुश्मन टर जांदे ने, टल जांदे ने। टरा मीनस टलना। ये तो तुहानू पता होना चाहिए। मेरा ख्याल है तुहाडे बैंकॉक विच भी लल्ला नहीं बोल सकते, रारा बोलते ते आ वही है टरा है। टला मीनस टल जाते हैं। गुरुदेव कहते हैं गुरु दे बचन किन्ने अगमी ने, हर देश हर भाषा हर काल विच पूरे उतरते हैं। प्रभ कै सिमरन काल पर हरै, पर हरै दा मीन पर चला जाता है। प्रभ कै सिमरन दुश्मन टरै। सतगुरु कहते ने दुश्मन विकारी, मन दे दुश्मन, शरीर दे दुश्मन सब टल जाते ने, हट जाते ने। बहुत वड्डे दुश्मन ने पंज विकार। कोई किते घेर लेंदा है, कोई किते घेर लेंदा है। कदी लोभ दुश्मन खड़ा हो जाता है, कदी काम दुश्मन खड़ा हो जाता है, कदी क्रोध दुश्मन खड़ा हो जाता है, कदी मोह दुश्मन बन के आ जाता है। पर गुरु साहब कहते ने जेकर तू गुरु की कृपा नाल प्रभु का सिमरन करे। मैं अक्सर क्या कहना, जेडे लोग कहते ने शराब छड्डनी मेरे वास्ते मुश्किल है, मैं की करा, आदत बन गई। दस कई बारी कहना होंदा जेकर जदों तेनू शराब दी तलब उठे पीण दी, उस वेले उच्ची उच्ची वाहिगुरू 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 करना शुरू कर दिया कर, हट जाएगी। जदों भी माड़ा विकार कोई हावी होवे मेरे तुहाडे ते, उस वेले गुरु दे शब्द दा सिमरन शुरू कर दिया, हट जाएगा। जिले मन माड़े पासे खिंचना शुरू करे, उस वेले गुरु दा शब्द दा जाप शुरू कर दिया, हट जाएगा। सतगुरु कह रहे हैं, महाराज ने स्पष्ट लिखा बाणी च, गुर शब्दी ए मन होड़ी है। होड़ना का मतलब होंदा मोड़ना, रोकना। चलो सतगुरु जी गुरु अर्जन पातशाह कह रहे ने, प्रभ सिमरत कछ बिगन न लागे। कोई भी रुकावट नहीं जिंदगी विच आउंदी, ऑब्स्टेकल्स नहीं आउंदियां। प्रभ सिमरत कछ बिगन न लागे। कछ मैंने कोई भी, एनी। बिगन मैंने ऑब्स्टेकल। सतगुरु कहते जेकर तू प्रभु नू सिमरेगा, जदों तू काम ही उहदे सुपुर्द कर दिता, सतगुरु काम ते तेरा है, मेरा थोड़ा ही है। ये जीवन ते तेरा है ते तू चलाना है। ते जदों तुसी अपने नौकर नू अपने हुक्म नाल टोर दिओ, फिर ओहदा काम थोड़े हुंदा, तुहाडा काम हुंदा ना। तां बाबा कबीर जी ने बचन कह दिता, गले हमारे जेवरी जै खिंचै तै जाए। जिधर तू खिंचना मैं ते उधर जावांगा। बाबा कबीर कहते ने, मैं ते तेरे दर दा कुकर हां, कुत्ता वां। मेरी संगली गले विच पई हुई तेरे हथ विच है। जिधर तू खिंचना है मैं उधर जाना वा। मेरी अपनी कोई मर्जी नहीं। नौकर जेड़ा अपनी मर्जी करता है, वह नौकर थोड़ी अखवा सकता है। जेड़ा नौकर तुहाडी अपनी मर्जी करेगा, तुहाडी नहीं करेगा, तुसी किन्ने कुछ दिन उसनूं तनख्वाह देवोगे? अखीर कह दोगे, जा भाई तेरी साडी नहीं गल बनती। तो गुरु साहब बख्शिश कर रहे ने, कृपालता कर रहे ने। तो गुरु दसम पातशाह ने वही कर रहा, जब लग खालसा रहे न्यारा तब लग तेज दियो मैं, जब एक गहे विपरण की रीत तो मैं ना करूं इनकी प्रतीत। तो गुरु साहब बख्शिश कर देने, कृपालता कर देने। महाराज कहते ने, प्रभ कै सिमरन दुश्मन टरै, प्रभ सिमरत कछ बिगन न लागे। सतगुरु कहते तू परमेश्वर नू याद करना शुरू कर, रस्ता ते जीवन दा उन्हें बनाना है। तू की बना सकता है?